ਗੁਰਮੁਖ ਜਾਨ ਗੁਰੂ ਨਾਲ ਮਿਲ ਕੇ ਸਾਹਿਬ ਕਹਿੰਦੇ ਜਾਣ ਸਮਝ ਤੇਰੇ ਭੇਦ, ਤੇਰੀ ਦੁਬਦਾ, ਤੇਰੀ ਦਵੈਤ, ਤੇਰਾ ਤੇਰ ਮੇਰ ਮਿਟ ਜਾਏ। ਉਸ ਇੱਕ ਤੋਂ ਬਿਨਾ ਕੁਝ ਵੀ ਨਹੀਂ, ਮੂਲ ਬਿਨਾ ਸ਼ਾਖਾ ਕਤਾ ਹੈ। ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਉ। ਕੋਈ ਵੀ ਹੈ ਰੁੱਖ ਹੈ, ਉਹਦਾ ਮੂਲ ਹੈ ਕੁਝ, ਜੜ ਹੈ ਕੁਝ, ਤਾਂ ਹੀ ਟਾਹਣੀਆਂ ਨੇ, ਤਾਂ ਹੀ ਸ਼ਾਖਾਵਾਂ ਨੇ। ਜੜ ਹੀ ਨਹੀਂ ਹੈ, ਮੂਲ ਹੀ ਨਹੀਂ ਹੈ, ਕਿਹੜੀ ਸ਼ਾਖਾ ਹੋਏਗੀ, ਕਿਹੜੇ ਫਲ ਫੁੱਲ ਹੋਣਗੇ। ਤੋ ਸਾਹਿਬ ਕਹਿੰਦੇ ਉਹ ਮੂਲ ਹੈ, ਜੜ ਹੈ। ਗੁਰਦੇਵ ਕਹਿੰਦੇ ਜਿੱਥੋਂ ਇਹ ਸੋਹਣਾ ਸੰਸਾਰ ਪ੍ਰਕਿਰਤੀ ਫਲਦੀ ਫੁੱਲਦੀ ਹੈ, ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਛਾਉ। ਜਾਂ ਸਾਹਿਬ ਕਹਿੰਦੇ ਤੂੰ ਪੇੜ ਸ਼ਾਖ ਤੇਰੀ ਫੂਲੀ। ਪੇੜ ਇੱਕ ਹੈ, ਰੁੱਖ ਇੱਕ ਹੈ, ਸ਼ਾਖਾਵਾਂ ਕਈ ਨੇ, ਪੱਤੇ ਕਈ ਨੇ, ਟਾਹਣੀਆਂ ਕਈ ਨੇ, ਫੁੱਲ ਕਈ ਨੇ, ਫਲ ਕਈ ਨੇ। ਪੇੜ ਇੱਕ ਹੈ। ਵਾਹਿਗੁਰੂ ਤੂੰ ਮੂਲ ਇੱਕ ਹੈ, ਜੀ ਜੰਤ ਕਈ ਪ੍ਰਕਾਰ ਦੇ ਨੇ, ਰੰਗਾਂ ਰੰਗਾਂ ਭਾਂਤਾਂ ਦੇ ਨੇ। ਪੇੜ ਇੱਕ ਹੈ, ਸ਼ਾਖਾਵਾਂ ਕਈ ਨੇ। ਤੂੰ ਪੇੜ ਸ਼ਾਖ ਤੇਰੀ ਫੂਲੀ। ਤੂੰ ਮੂਲ ਹੈ, ਪੇੜ ਹੈ, ਬਾਕੀ ਤੇਰੀਆਂ ਸ਼ਾਖਾਵਾਂ ਨੇ, ਟਾਹਣੀਆਂ ਨੇ। ਭਗਤ ਟਾਹਣੀਆਂ ਨਹੀਂ ਪਕੜਦਾ, ਮੂਲ ਨੂੰ ਪਕੜਦਾ, ਤਾਂ ਕਰਕੇ ਡੋਲਤਾ ਆਏਗੀ। ਜਿਨ੍ਹਾਂ ਨੇ ਕੇਵਲ ਪ੍ਰਕਿਰਤੀ ਪਕੜ ਲਈ, ਸਾਧਨ ਪਕੜ ਲਏ, ਦਾਤਾਂ ਪਕੜ ਲੀਆਂ, ਜਿਹੇ ਜਿਹੇ ਡਾਲੀ ਪਗ ਧਰੋਂ ਸੋਈ ਮੁਰ ਮੁਰ ਜਾਏ। ਭਗਤ ਕਬੀਰ ਜੀ ਕਹਿੰਦੇ ਮੂਲ ਨੂੰ ਪਕੜੋ, ਡਾਲੀਆਂ ਨੂੰ ਨਾ ਪਕੜੋ। ਡਾਲੀਆਂ ਦੇ ਝਗੜੇ 'ਚ ਨਾ ਪਾਓ, ਆ ਛੋਟੀ ਹੈ ਮੋਟੀ ਹੈ। ਸ਼ਾਖਾਵਾਂ ਦੇ ਝਗੜੇ 'ਚ ਨਾ, ਬਾਕੀ ਸ਼ਾਖਾਵਾਂ ਨੇ, ਸੰਪਰਦਾਵਾਂ, ਮਤ ਮਤੰਤਰ ਸ਼ਾਖਾਵਾਂ ਨੇ। ਠੀਕ ਹੈ, ਕੋਈ ਕੈਸਾ ਹੈ, ਕੋਈ ਕੈਸੀ ਵਿਚਾਰਧਾਰਾ ਹੈ, ਕੋਈ ਕੈਸੀ ਵਿਚਾਰਧਾਰਾ ਹੈ। ਗੱਲ ਮੂਲ ਦੀ ਹੈ। ਤੋ ਇਸ ਵਾਸਤੇ ਜੇ ਜੇ ਡਾਲੀ ਪਗ ਧਰੋਂ ਸੋਈ ਮੁਰ ਮੁਰ ਜਾਏ। ਧਿਆਨ ਇੱਕ ਤੇ ਰੱਖੀਏ, ਇੱਕ ਮੂਲ ਹੈ। ਤੂੰ ਪੇੜ ਸ਼ਾਖ ਤੇਰੀ ਫੂਲੀ, ਤੂੰ ਸੂਖਮ ਹੋਆ ਅਸਥੂਲੀ। ਤੂੰ ਜਲ ਨਿਧ, ਤੂੰ ਫੇਨ ਬੁੱਧ ਬੁੱਧਾ, ਤੁਧ ਬਿਨ ਆਵਰ ਨਾ ਭਾਲੀ ਹੈ ਜੀ। ਪਾਣੀ ਬੁਲਬੁਲੇ 'ਚ ਵੀ ਹੈ, ਪਾਣੀ ਝੱਗ ਵਿੱਚ ਵੀ ਹੈ, ਪਾਣੀ ਲਹਿਰ 'ਚ ਵੀ ਹੈ, ਪਾਣੀ ਨਦੀ 'ਚ ਵੀ ਹੈ, ਪਾਣੀ ਬੂੰਦ ਵਿੱਚ ਵੀ ਹੈ। ਮੂਲ ਹੈ ਨਾ ਉਹ। ਪਾਣੀ ਕਰਕੇ ਬੂੰਦ ਬਣੀ ਹੈ, ਪਾਣੀ ਕਰਕੇ ਲਹਿਰ ਬਣੀ ਹੈ, ਪਾਣੀ ਕਰਕੇ ਬੁਲਬੁਲਾ ਬਣੇ ਹੈ। ਮਾਲਕ ਕਰਕੇ ਹੀ ਪ੍ਰਕਿਰਤੀ ਜੀ ਜੰਤ ਨੇ ਜਿੰਨੇ ਜੋ ਕੁਝ ਹੈ। ਸਰੀਰ ਹੈ ਉਹਦੀ ਆਤਮ ਸੱਤਾ ਕਰਕੇ ਹੈ, ਨਹੀਂ ਹੈ ਕੀ ਕਰਾਂਗੇ ਇਸ ਸਰੀਰ ਦਾ। ਬਿਨ ਗੁਣ ਕਾਮ ਨਾ ਆਵੀ, ਢਹਿ ਢੇਰੀ ਤਨ ਖੇ। ਫਿਰ ਐਸਾ ਹੀ ਹੈ, ਫਿਰ ਮਿੱਟੀ ਹੈ। ਤੋ ਸਤਿਗੁਰ ਬੜਾ ਪਿਆਰਾ ਨੁਕਤਾ ਬਖਸ਼ਦੇ ਨੇ ਇੱਕ ਦਾ, ਇੱਕ ਓੰਕਾਰ ਦਾ, ਜਿੱਥੇ ਸਭ ਕੁਝ ਸਮਾਇਆ ਜਾਂਦਾ, ਮੂਲ ਹੈ। ਜਿੱਥੋਂ ਸਭ ਕੁਝ ਉਪਜਦਾ ਹੈ, ਜਿਹਦੇ ਵਿੱਚ ਸਭ ਕੁਝ ਨਿਪਜਦਾ। ਸਮਾ ਵੀ ਇੱਕ 'ਚ ਜਾਂਦਾ ਹੈ, ਉਤਪਤੀ ਵੀ ਇੱਕ ਤੋਂ ਹੈ, ਜਿਹਨੂੰ ਸਾਹਿਬ ਕਹਿੰਦੇ ਨੇ ਓਂਕਾਰ। ਬ੍ਰਹਮਾ ਉਤਪਤ ਓਂਕਾਰ, ਕੀਆ ਜਿਨ ਚਿਤ ਓਂਕਾਰ। ਸੈਲ ਜੁਗ ਪਏ ਓਂਕਾਰ, ਵੇਦ ਨਿਰਮਏ। ਉਸ ਓੰਕਾਰ ਤੋਂ, ਇੱਕ ਓੰਕਾਰ ਤੋਂ ਉਪਜਿਆ ਵੀ ਹੈ, ਵਿਨਸਿਆ ਵੀ ਹੈ। ਆ ਸੰਸਾਰ ਵੀ ਸਾਹਿਬ ਕਹਿੰਦੇ ਇਸੇ ਤਰ੍ਹਾਂ, ਪ੍ਰਕਿਰਤੀ ਵੀ ਇਸੇ ਤਰ੍ਹਾਂ ਬੁਲਬੁਲੇ ਵਰਗੀ। ਜੈਸੇ ਜਲ ਤੇ ਬੁੱਧ ਬੁੱਧਾ, ਉਪਜੈ ਵਿਨਸੈ ਨੀਤ। ਬੁਲਬੁਲਾ ਬਣਿਆ ਵੀ ਪਾਣੀ 'ਚ ਹੈ, ਸਮਾ ਵੀ ਪਾਣੀ 'ਚ ਜਾਂਦਾ, ਉੱਥੇ ਸਮਾਏਗਾ। ਲਹਿਰ ਪੈਦਾ ਵੀ ਪਾਣੀ 'ਚ ਹੋਈ ਹੈ, ਸਮਾਏਗੀ। ਉਹ ਪਹਾੜ 'ਚ ਨਹੀਂ ਸਮਾਏਗੀ, ਸਮਾਏਗੀ ਵੀ ਉਹਦੇ 'ਚ।
ਤੋ ਇੱਕ ਮੂਲ ਹੈ ਜਿੱਥੋਂ ਉਪਜਦਾ ਹੈ ਸਭ ਕੁਝ, ਜਿਹਦੇ ਚ ਨਿਪਜਦਾ ਹੈ। ਜਬ ਉਦ ਕਰਖ ਕਰਾ ਕਰਤਾਰਾ, ਪਰਜਾ ਧਰ ਤਬ ਦੇ ਅਪਾਰਾ। ਜਬ ਆਕਰਖ ਕਰਤ ਹੂੰ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ। ਉਦ ਕਰਖ ਤੇ ਆਕਰਖ, ਬਣ ਜਾਣਾ ਸਮੋਇਆ ਜਾਣਾ, ਆਕਰਖ ਖਿੱਚ ਲੈਣਾ, ਸਮੇਟ ਲੈਣਾ, ਆਕਰਸ਼ਿਤ ਕਰ ਲੈਣਾ। ਤੋ ਏਕੈ ਰੇ ਗੁਰਮੁਖ ਜਾਨ, ਹੈ ਭਾਈ ਤਾਂ ਜਾਣ ਗੁਰੂ ਰਾਹੀਂ ਜਾਣ ਇੱਕ ਨੂੰ। ਤੇਰੇ ਭੇਦ ਮਿਟਣ, ਤੇਰੇ ਭੁਲੇਖੇ ਦੂਰ ਹੋਏ। ਕਾਹੇ ਭਰਮਤ ਹੋ ਤੁਮ ਭਰਮੋ ਨਾ ਭਾਈ। ਕਿਉਂ ਭਰਮਦੇ ਹੋ? ਰੱਬ ਦੇ ਨਾਂ ਤੇ ਇਤਨੀ ਭਟਕਣਾ ਕਿਉਂ ਹੈ? ਇੰਨੇ ਭਰਮ ਕਿਉਂ ਨੇ ਉਸ ਦੇ ਨਾਂ ਤੇ? ਇਤਨੇ ਝਗੜੇ ਕਿਉਂ ਨੇ ਉਹਦੇ ਨਾਂ ਤੇ? ਜੇ ਭੇਦ ਹੀ ਨਹੀਂ ਹੈ, ਜੇ ਫਰਕ ਹੀ ਨਹੀਂ ਹੈ, ਜੇ ਹੈ ਹੀ ਇੱਕ ਹੈ। ਸਾਰੇ ਅਸੀਂ ਕਹੀ ਜਾਂਦੇ ਹਾਂ ਗੋਡ ਇਜ਼ ਵਨ, ਰੱਬ ਇੱਕ ਹੈ, ਫਿਰ ਉਹਦੀ ਮਨੁੱਖਤਾ ਨੂੰ ਇੱਕ ਕਿਉਂ ਨਹੀਂ ਜਾਣਦੇ? ਜੇ ਰੱਬ ਇੱਕ ਹੈ, ਇੱਕ ਮਨੁੱਖਤਾ 'ਚ ਹੀ ਤੇ ਸਮਾਇਆ, ਔਰ ਕਿੱਥੇ ਹੈ? ਸਤਵੇਂ ਆਕਾਸ਼ 'ਚ ਹੈ। ਹੋਏਗਾ ਉਹਦੀ ਸੱਤਾ ਬੜੀ ਬੇਅੰਤ। ਪਹਿਲੋਂ ਉਸ ਇੱਕ ਨੂੰ ਇਸ ਰੂਪ 'ਚ ਤੇ ਜਾਣ ਲਈਏ ਨਾ। ਕਹਿੰਦੇ ਆ ਹੈ ਇੱਕ, ਮੰਨਦੇ ਨਹੀਂ ਆ। ਭੇਦ ਨੇ ਬੜੇ, ਫਰਕ ਨੇ ਬੜੇ, ਨਾਵਾਂ ਦੇ, ਥਾਵਾਂ ਦੇ, ਵਿਚਾਰਧਾਰਾਵਾਂ ਦੇ ਹੋਣਗੇ। ਇਹਦੇ 'ਚ ਕੋਈ ਵੱਡੀ ਗੱਲ ਨਹੀਂ ਹੈ। ਕੋਈ ਅਜਨਬੀ ਦੋਸਤ ਬਣ ਗਏ, ਕੀ ਕਰੀਏ? ਕਾਰੋਬਾਰ ਕਰਦੇ ਹਾਂ, ਇੱਕ ਦੂਸਰੇ ਇਲਾਕੇ ਦਾ ਅਸੀਂ, ਇੱਕ ਦੂਸਰੇ ਇਲਾਕੇ ਦਾ ਅਸੀਂ, ਖੇਤ ਇਕੱਠੇ ਲੈ ਲਏ, ਜ਼ਮੀਨ ਲੈ ਲਈ। ਇੱਕ ਕਹਿਣ ਲੱਗਾ ਮੈਂ ਗੇਹੂੰ ਬੀਜਣਾ, ਦੂਜਾ ਕਹਿੰਦਾ ਮੈਂ ਕਣਕ ਬੀਜੂੰਗਾ। ਝਗੜਾ ਹੋ ਗਿਆ। ਨਹੀਂ ਭਾਈ ਗੇਹੂੰ, ਨਹੀਂ ਭਾਈ ਕਣਕ। ਸਿਆਣਾ ਬੰਦਾ ਕਹਿਣ ਲੱਗਾ ਤੂੰ ਗੇਹੂੰ ਦੀ ਮੁੱਠੀ ਲੈ ਕੇ ਆ, ਤੂੰ ਕਣਕ ਦੀ ਮੁੱਠੀ ਲੈ ਕੇ ਆ। ਦੋਨੋਂ ਮੁੱਠੀਆਂ ਭਰ ਕੇ ਲਿਆਏ, ਗੱਲ ਇੱਕੋ ਹੀ ਸੀ। ਗੇਹੂੰ ਹੀ ਕਣਕ ਹੈ, ਕਣਕ ਹੀ ਗੇਹੂੰ ਹੈ, ਨਾਮ ਦਾ ਫਰਕ। ਝਗੜੇ ਬੇਸਮਝੀ 'ਚ ਪੈਦਾ ਹੁੰਦੇ ਨੇ, ਦਵੈਤ ਅਗਿਆਨਤਾ 'ਚੋਂ ਪੈਦਾ ਹੁੰਦੀ ਹੈ। ਜੋ ਕਹਿ ਰਹੇ ਹਾਂ ਫਿਰ ਇੱਕ ਹੈ, ਫਿਰ ਕਬੂਲ ਨਹੀਂ ਕੀਤਾ ਮਨ ਨੇ। ਜਿਹਨੂੰ ਸਾਹਿਬ ਕਹਿੰਦੇ ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ। ਗੁਰੂ ਕਹਿੰਦੇ ਭਲਿਓ ਕਹੀ ਜਾ ਰਹੇ ਹੋ ਰੱਬ ਇੱਕ ਹੈ, ਰੱਬ ਇੱਕ ਹੈ। ਉਹਦੀ ਮਾਨਵਤਾ ਨੂੰ ਇੱਕ ਕਿਉਂ ਨਹੀਂ ਜਾਣਦੇ? ਉਹਦੀ ਮਾਨਵਤਾ ਵਿੱਚ ਵਰਤ ਰਹੇ ਆ ਜਾਣ ਕੇ ਕਿਉਂ ਨਹੀਂ ਸੇਵਾ ਪਰ ਉਪਕਾਰ ਹੁੰਦਾ? ਇਹ ਭਰਮ ਦੂਰ ਕਰੋ। ਸਾਹਿਬ ਕਹਿੰਦੇ ਕਾਹੇ ਭਰਮਤ ਹੋ ਤੁਮ ਭਰਮੋ ਨਾ ਭਾਈ। ਗੁਰੂ ਅਰਜੁਨ ਦੇਵ ਜੀ ਕਹਿੰਦੇ ਕਿਉਂ ਭਰਮਦੇ ਹੋ? ਕਾਹੇ ਰੇ ਬਨ ਖੋਜਣ ਜਾਈ। ਕਿਉਂ ਭੱਜ ਤੁਰਦੇ ਹੋ ਪਹਾੜਾਂ ਨੂੰ? ਠੀਕ ਹੈ, ਸੈਰ ਕਰਨ ਜਾਓ, ਚੰਗੀ ਗੱਲ ਹੈ, ਜੀਵਨ ਖਿੜਦਾ, ਘੁੰਮਣਾ ਫਿਰਨਾ ਚਾਹੀਦਾ, ਆਲਾ ਦੁਆਲਾ ਵੇਖਾਂਗੇ, ਚੰਗੀ ਗੱਲ ਹੈ, ਬੜਾ ਜ਼ਰੂਰੀ ਹੈ, ਨਹੀਂ ਤੇ ਸੁੰਗੜ ਕੇ ਰਹਿ ਜਾਂਦੇ। ਪਰ ਜੇ ਕੋਈ ਕਹੇ ਪਹਾੜਾਂ 'ਚ ਮੈਂ ਗੁਰੂ ਗੋਬਿੰਦ ਸਿੰਘ, ਰੱਬ ਨੂੰ, ਗੁਰੂ ਨਾਨਕ ਨੂੰ ਜਾਂ ਕਿਸੇ ਹੋਰ ਨੂੰ ਲੱਭਣ ਜਾ ਰਹੇ ਹਾਂ, ਇਹ ਗੁਰਮਤ ਨਾਲ ਮੇਲ ਨਹੀਂ ਖਾਏਗਾ। ਇਹ ਗੁਰੂ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਏ। ਕੋਈ ਕਹੇ ਵੀ ਮੈਂ ਉਹ ਰੱਬ ਲੱਭਣ ਜਾ ਰਿਹਾ ਹਾਂ। ਸਾਹਿਬ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਗੁਰਦੇਵ ਕਹਿੰਦੇ ਜੇ ਇੱਥੇ ਆ ਉੱਥੇ ਵੀ, ਉੱਥੇ ਇੱਥੇ ਵੀ ਹੈ। ਪੋਹਪ ਮਦ ਜਿਉ ਬਾਸ ਬਸਤ ਹੈ, ਮੁਕਰ ਮਾਹੀ ਜੈਸੇ ਛਾਈ। ਕਈਆਂ ਨੂੰ ਬਾਣੀ 'ਚੋਂ ਗੁਰੂ ਦਿਸਦਾ ਹੀ ਨਹੀਂ, ਉਹ ਦਿਸਦਾ ਹੀ ਹੋਰ ਤਰੀਕੇ ਦਾ ਹੈ। ਜਾਪ ਸਾਹਿਬ 'ਚੋਂ ਦਿਸਿਆ ਹੀ ਨਹੀਂ, ਦਿਸਿਆ ਹੀ ਸ਼ੋਭਾ ਸਿੰਘ ਵਾਲਾ ਘੋੜੇ ਤੇ ਚੜਿਆ ਹੋਇਆ। ਜੈਸੀ ਕਲਪਨਾ ਫਿੱਟ ਹੋ ਗਈ ਦਿਸੇਗੀ, ਫਿਰ ਖਿਆਲਾਂ 'ਚ ਆਏਗੀ, ਮਹਿਸੂਸ ਕਰਾਂਗੇ। ਤੋ ਸਾਹਿਬ ਕਹਿੰਦੇ ਪੋਹਪ ਮਦ ਜਿਉਂ ਬਾਸਤ ਬਸਤ ਹੈ, ਜਿਵੇਂ ਫੁੱਲ 'ਚ ਸੁਗੰਧੀ ਹੈ, ਵਸਿਆ ਤੇਰੇ 'ਚ।
ਸਮਾਇਆ ਸ਼ਬਦ ਵਿੱਚ, ਸਮਾਇਆ ਬਾਣੀ 'ਚ, ਸਮਾਇਆ ਇਹਨਾਂ ਅੱਖਰਾਂ 'ਚ ਅਨੁਭਵ ਰੂਪ ਅੰਦਰ, ਜਿਵੇਂ ਫੁੱਲ 'ਚ ਸੁਗੰਧੀ ਸਮਾਈ ਹੈ। ਮੁਕਰ ਮਾਹੇ ਜੈਸੇ ਛਾਈ, ਜਿਵੇਂ ਮੁਕਰ ਆਈਨੇ ਵਿੱਚ ਪਰਛਾਈ ਹੈ ਪਰ ਨਿਰਲੇਪ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਪਾਈ। ਬਾਹਰ ਭੀਤਰ ਏਕੋ ਜਾਨੋ, ਏ ਗੁਰ ਗਿਆਨ ਬਤਾਈ, ਕਹੂ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਨਹੀਂ ਤੇ ਸਾਹਿਬ ਕਹਿੰਦੇ ਸਾਡਾ ਹਾਲ ਮਿਰਗ ਵਰਗਾ ਹੋਏਗਾ। ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਸੰਸਾਰ ਦੀ ਯਾਤਰਾ ਬਾਹਰੀ ਹੈ, ਉਹਦੇ ਅਨੁਭਵ ਦੀ ਯਾਤਰਾ ਅੰਦਰੂਨੀ ਹੈ। ਅਨੁਭਵ ਨਿੱਜੀ ਹੁੰਦਾ ਹੈ, ਅੰਦਰੂਨੀ ਹੁੰਦਾ ਹੈ। ਤੋ ਸੰਸਾਰ ਦੀ ਯਾਤਰਾ ਬਾਹਰੀ ਹੈ, ਬਾਹਰ ਦੀ ਖੋਜ ਹੈ, ਵਿਗਿਆਨ ਬਾਹਰ ਦੀ ਖੋਜ ਹੈ। ਤੋ ਸਾਹਿਬ ਕਹਿੰਦੇ ਆਤਮ ਚਿੰਤਨ ਇੱਕ ਅੰਦਰ ਦੀ ਖੋਜ ਹੈ, ਆਪੇ ਨੂੰ ਸਵਾਰਨਾ। ਬਿਨ ਆਪਾ ਚੀਨੈ, ਮਿਟੈ ਨਾ ਭਰਮ ਕੀ ਕਾਈ। ਜਿਨ੍ਹਾਂ ਨੇ ਆਪਣਾ ਆਪਾ ਚੀਨਿਆ ਹੀ ਨਹੀਂ, ਭਰਮ ਦੀ ਕਾਈ ਕਿੱਥੋਂ ਮਿਟੇਗੀ। ਨਹੀਂ ਦੂਰ ਹੋਈ, ਲੱਖ ਯਤਨ ਕੀਤਾ ਕਿਸੇ ਨੇ। ਗੁਰੂ ਤੇ ਬਾਰ-ਬਾਰ ਕਹਿ ਰਿਹਾ ਹੈ, ਚਲੋ ਦੂਜੇ ਨਹੀਂ ਮੁੜਦੇ, ਸਿੱਖ ਤੇ ਮੁੜੇ ਨਾ। ਬਾਣੀ ਪੜ੍ਹਨ ਵਾਲਾ, ਬਾਣੀ ਦੇ ਅਭਿਆਸ ਵਾਲਾ। ਨਹੀਂ ਤੇ ਸਾਹਿਬ ਕਹਿੰਦੇ ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਮਿਰਗ ਨੇ ਕਸਤੂਰੀ ਨਹੀਂ ਜਾਣੀ, ਝਾੜਾਂ 'ਚ ਫਿਰਦਾ ਰਿਹਾ, ਸਿੰਘ ਫਸ ਗਏ ਉਹਦੇ, ਸ਼ਿਕਾਰੀਆਂ ਦੇ ਹੱਥ ਆ ਗਿਆ, ਭਟਕਦਾ ਰਿਹਾ। ਅਸੀਂ ਵੀ ਸਵਾਰਥੀਆਂ ਦੇ, ਪਖੰਡੀਆਂ ਦੇ ਹੱਥ ਆ ਜਾਂਦੇ ਹਾਂ, ਉਹਨਾਂ ਕੋਲੋਂ ਰੱਬ ਲੱਭ ਰਹੇ ਹਾਂ। ਜਿਨ੍ਹਾਂ ਨੇ ਆਪ ਪਰਿਵਾਰ ਨਹੀਂ, ਉਹਨਾਂ ਕੋਲੋਂ ਪਰਿਵਾਰ ਦਾ ਸੁੱਖ ਲੱਭਦੇ ਹਾਂ। ਜਿਉਂ ਕਸਤੂਰੀ ਮਿਰਗ ਨਾ ਜਾਣੈ, ਭਰਮ ਦਾ ਭਰਮ ਭੁਲਾਇਆ। ਗੁਰਦੇਵ ਕਹਿੰਦੇ ਇਸ ਤਰ੍ਹਾਂ ਜਾਣ, ਫੁੱਲ 'ਚ ਖੁਸ਼ਬੂ ਹੈ ਜਿੱਦਾਂ, ਸਮੋਇਆ ਤੇਰੇ 'ਚ, ਸਮੋਇਆ ਗੁਰੂ 'ਚ, ਸਮੋਇਆ ਬਾਣੀ 'ਚ, ਸਮੋਇਆ ਸਭ। ਤੋ ਕਾਹੇ ਭਰਮ ਭਰਮਤ ਹੋ ਤੁਮ ਭਾਈ। ਬੜੇ ਬਾਣੀ ਦੇ ਪ੍ਰਮਾਣ ਆਉਂਦੇ ਨੇ। ਕਤ ਜਾਈਐ ਰੇ ਘਰ ਲਾਗੋ ਰੰਗ, ਕਿੱਥੇ ਜਾਂਦੇ ਹੋ, ਰੱਬ ਨੂੰ ਮਿਲ। ਬਾਬਾ ਕਬੀਰ ਜੀ ਵੀ ਕਹਿ ਰਹੇ ਨੇ, ਅੱਜ ਕਾਫਲਾ ਜਾ ਰਿਹਾ ਸੀ, ਕਿੱਥੇ ਜਾ ਰਹੇ ਹੋ, ਖੁਦਾ ਕੋਲ ਜਾ ਰਹੇ ਹਾਂ। ਕਿੱਥੇ ਰਹਿੰਦਾ ਹੈ, ਹਜ ਕਰਦੇ ਹਾਂ, ਹਾਜ਼ੀਆਂ ਨੂੰ ਮਿਲਦਾ ਹੈ। ਉਹ ਮੱਕੇ ਦੀ ਧਰਤੀ ਤੇ, ਉਹ ਸਥਾਨ ਕਾਬਾ, ਉਹ ਪਵਿੱਤਰ ਸਥਾਨ ਕਾਬਾ ਹੈ। ਮੱਕਾ ਸ਼ਹਿਰ ਹੈ, ਕਾਬਾ ਉਹ ਸਥਾਨ। ਬਾਬਾ ਫਰੀਦ ਜੀ ਕਹਿੰਦੇ ਮੈਂ ਵੀ ਚੱਲਦਾ, ਪਰ ਪਿੱਛੋਂ ਕਿਸੇ ਨੇ ਪਕੜ ਲਿਆ, ਕਿਸੇ ਨੇ ਆਵਾਜ਼ ਮਾਰੀ, ਹਜ ਕਾਬੈ ਹੋਂ ਜਾਏ ਥਾ ਆਗੈ, ਮਿਲਿਆ ਖੁਦਾਏ ਸਾਈਂ ਮੁਝ ਸਿਉ ਲਰ ਪਰਿਆ, ਤੁਝੈ ਕਿਨ ਫਰਮਾਈ ਗਾਏ। ਤੈਨੂੰ ਕਿਹਨੇ ਦੱਸਿਆ ਵੀ ਕਿਸੇ ਥਾਂ ਤੇ ਪਸ਼ੂ ਦੀ ਬਲੀ ਦੇ ਕੇ, ਯਾਤਰਾ ਕਰਕੇ ਮੈਂ ਤੈਨੂੰ ਮਿਲਦਾ। ਚੱਲ ਕਬੀਰ ਘਰ ਮੁੜ। ਗੁਰੂ ਮੋੜਦਾ ਸਨ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰੂ ਕਹਿੰਦਾ ਬਾਰ-ਬਾਰ। ਤੋ ਸਾਹਿਬ ਕਹਿੰਦੇ ਕਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੈ ਮਨ ਭਇਓ ਪੰਗ। ਇੱਕ ਦਿਵਸ ਮਨ ਭਈ ਉਮੰਗ, ਕਸ ਚੰਦਨ ਚੋਆ ਬਹੁ ਸੁਗੰਧ। ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰੂ ਮਨ ਹੀ ਮਾਏ। ਮੈਂ ਚੱਲਾਂ ਸਾਂ ਪੂਜਣ ਬਾਹਰ, ਉਹ ਗੁਰੂ ਨੇ ਕਿਹਾ ਤੇਰਾ ਮਨ ਮੰਦਰ ਕਿਉਂ ਨਹੀਂ ਬਣਾਉਂਦਾ। ਕਿੰਨੇ ਕੁ ਮੰਦਰ ਲੱਭੇਗਾ, ਕਿੰਨੀਆਂ ਕੁ ਦਿਸ਼ਾਵਾਂ 'ਚ ਜਾਏਗਾ। ਮਨ ਨੂੰ ਮੰਦਰ ਬਣਾ, ਸਰੀਰ ਨੂੰ ਮੰਦਰ ਬਣਾ, ਮਨ ਨੂੰ ਪੁਜਾਰੀ ਬਣਾ, ਨਾਮ ਦੀ ਪੂਜਾ ਕਰਿਆ ਕਰ। ਬੜੀ ਨੇੜਤਾ ਗੁਰੂ ਬਖਸ਼ਦੇ ਨੇ, ਬੜੀ ਗਹਿਰੀ ਸਪਰਸ਼ਤਾ ਹੈ ਬਾਣੀ ਉਸ ਪਰਮਾਤਮਾ ਨਾਲ। ਜੇ ਆਪਾਂ ਉਸ ਰੂਪ 'ਚ ਬਾਣੀ ਨੂੰ ਮਾਣਾਂਗੇ, ਸਮਝਾਂਗੇ, ਜਾਣਾਂਗੇ।
ਤੋ ਧਰਮ ਦੀ ਅਨੁਭਵ ਦੀ ਯਾਤਰਾ ਅੰਦਰ ਦੀ ਹੈ, ਅਨੁਭਵ ਅੰਦਰੂਨੀ ਹੁੰਦਾ, ਸੰਸਾਰ ਬਾਹਰੀ ਹੈ। ਤੋ ਗੁਰੂਦੇਵ ਕਹਿੰਦੇ ਕਾਹੇ ਭਰਮਤ ਹੋ ਤੁਮ ਭਾਈ, ਭਾਈ ਕਿਉਂ ਭਰਮਦੇ ਹੋ? ਕਾਹੇ ਭਰਮਤ ਹੋ ਤੁਮ ਭਰਮੋ ਨਾ ਭਾਈ, ਭਾਈ ਭਟਕੋ ਨਾ। ਰਵਿਆ ਰੇ ਰਵਿਆ ਸਰਬ ਥਾਨ, ਕੋਈ ਅਛੂਤਾ ਨਹੀਂ ਉਹਦੇ ਤੋਂ ਬਿਨਾਂ, ਉਹਦੀ ਸ਼ੋਅ ਕਰਕੇ ਸਭ ਹੈ, ਉਹਦੇ ਹੋਣ ਕਰਕੇ ਸਭ ਦਾ ਹੋਣਾ ਹੈ, ਉਹਦੀ ਮੌਜੂਦਗੀ ਹੀ ਸਭ ਦੇ ਵਿੱਚ ਮੌਜੂਦ ਹੈ, ਤਾਂ ਹੀ ਕਿਸੇ ਦੀ ਹੋਂਦ ਹੈ, ਕਿਸੇ ਦਾ ਹੋਣਾ ਹੈ। ਸੂਰਜ ਨਹੀਂ ਹੈ, ਕਿਰਨ ਕਿੱਥੋਂ ਹੋਏਗੀ? ਹਰੇਕ ਕਿਰਨ ਵਿੱਚ ਸੂਰਜ ਦੀ ਮੌਜੂਦਗੀ ਹੈ, ਹਰੇਕ ਗਹਿਣੇ ਵਿੱਚ ਸੋਨੇ ਦੀ ਮੌਜੂਦਗੀ ਹੈ, ਹਰੇਕ ਜ਼ਰੇ 'ਚ ਮਿੱਟੀ ਦੀ ਮੌਜੂਦਗੀ ਹੈ। ਇਸੇ ਤਰ੍ਹਾਂ ਸਭੈ ਕਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ, ਉਹਦੀ ਮੌਜੂਦਗੀ ਹੈ। ਰਵਿਆ ਰੇ ਰਵਿਆ ਸਰਬ ਥਾਨ, ਸਾਰੇ ਥਾਵਾਂ 'ਤੇ। ਜਿਉਂ ਬੈਸੰਤਰ ਕਾਸ਼ਟ ਮਝਾਰ, ਬੜੀ ਪਿਆਰੀ ਉਦਾਹਰਨ। ਬੈਸੰਤਰ ਅੱਗ, ਕਾਸ਼ਟ ਲੱਕੜੀ, ਕਾਸ਼ਟ ਲੱਕੜ। ਜਿਵੇਂ ਇੱਕ ਲੱਕੜ, ਹਰੇਕ ਲੱਕੜ 'ਚ ਅੱਗ ਹੈ, ਬਨਸਪਤੀ 'ਚ ਅੱਗ ਹੈ, ਹਰੇਕ। ਪਰ ਗੁਰੂਦੇਵ ਕਹਿੰਦੇ ਉਹਨੂੰ ਪ੍ਰਗਟ ਕਰਨਾ ਪੈਂਦਾ। ਜੇ ਉਹਦੇ ਕੋਲੋਂ ਕੋਈ ਕੰਮ ਲੈਣਾ ਹੈ, ਮੈਂ ਕਹਾਂ ਲੱਕੜ 'ਚ ਅੱਗ ਹੈ, ਇਹ ਕਹਿਣਾ ਮੈਨੂੰ ਸੇਕ ਨਹੀਂ ਦੇ ਸਕਦਾ, ਪ੍ਰਕਾਸ਼ ਜਾਂ ਤਪਸ਼ ਨਹੀਂ ਦੇ ਸਕਦਾ, ਕਹਿਣਾ ਹੀ ਕਹਿਣਾ ਨਹੀਂ ਹੁੰਦਾ। ਤੋ ਗੁਰੂਦੇਵ ਕਹਿੰਦੇ ਜਿੰਨਾ ਚਿਰ ਤੱਕ ਉਸ ਨੂੰ ਪ੍ਰਗਟ ਨਾ ਕੀਤਾ ਜਾਏ, ਹੈ ਉਹਦੀ ਮੌਜੂਦਗੀ, ਪਰ ਪ੍ਰਗਟਾਵਾ ਚਾਹੀਦਾ। ਜਿਵੇਂ ਗੁਰੂ ਨਾਨਕ ਨੂੰ ਪੀਰੇ ਬਗਦਾਦ ਨੇ ਪੁੱਛਿਆ ਸੀ, ਖੁਦਾ ਦਿਸ ਕਿਉਂ ਨਹੀਂ ਰਿਹਾ? ਅਸੀਂ ਵੀ ਚਾਹੁੰਦੇ ਕੋਈ ਸਾਹਮਣੇ ਖੜਾ ਕਰ ਦੇ ਸਾਡੇ ਰੱਬ, ਅਸੀਂ ਫਿਰ ਆਪਣੀ ਲਿਸਟ ਪਕੜਾਈਏ ਉਹਨੂੰ, ਅਸੀਂ ਫਿਰ ਕਹੀਏ ਆਹ ਚਾਹੀਦਾ, ਆਹ ਚਾਹੀਦਾ, ਆਹ ਚਾਹੀਦਾ। ਅਸੀਂ ਧਰਮ ਦੀਆਂ ਮਾਨਤਾਵਾਂ ਇੱਦਾਂ ਹੀ ਮੰਨਦੇ ਹਾਂ। ਰੱਬ ਨੇ ਹੱਥ ਪੈਰ ਕਾਹਤੋਂ ਦਿੱਤੇ ਨੇ? ਦਿਮਾਗ ਕਿਉਂ ਦਿੱਤਾ? ਸਰੀਰ ਦਿੱਤਾ, ਉਹ ਬੜਾ ਪਿਆਰਾ ਖਿਆਲ ਕਿਸੇ ਨੇ ਦਿੱਤਾ। ਅੱਜ ਕਿਸੇ ਪਿੰਡ ਵਿੱਚ ਹੜ੍ਹ ਆ ਗਿਆ, ਬੜਾ ਪਾਣੀ ਬੜਾ ਤੇਜ਼ ਹੈ, ਲੋਕ ਛੱਤਾਂ ਤੇ ਚੜ੍ਹ ਗਏ, ਸਮਾਨ ਰੁੜ ਗਿਆ। ਸਰਕਾਰ ਨੇ ਸਾਧਨ ਭੇਜੇ, ਪਹਿਲੋਂ ਜਦੋਂ ਪਾਣੀ ਥੋੜ੍ਹਾ ਸੀ ਬੋਟ ਭੇਜੀਆਂ, ਸਾਰੇ ਲੋਕ ਚਲੇ ਗਏ, ਇੱਕ ਨਹੀਂ ਗਿਆ। ਕਹਿੰਦਾ ਰੱਬ ਬਚਾਊਗਾ, ਮੈਂ ਤੇ ਧਰਮੀ ਹਾਂ। ਜਦੋਂ ਛੱਤ ਤੇ ਵੀ ਪਾਣੀ ਆ ਗਿਆ ਲੱਕ ਲੱਕ ਤੱਕ, ਸਰਕਾਰ ਨੇ ਹੈਲੀਕਾਪਟਰ ਭੇਜਿਆ, ਭਾਈ ਹੁਣ ਤੇ ਰੱਸੀ ਫੜ ਕੇ ਤਾਂ ਚੜ੍ਹ ਜਾ। ਕਹਿੰਦਾ ਨਹੀਂ, ਮੈਂ ਨਹੀਂ, ਰੱਬ ਬਚਾਉਣ ਆਊਗਾ। ਠੀਕ, ਪਾਣੀ ਗਲ ਸੰਗ ਤੱਕ ਆ ਗਿਆ, ਡੁੱਬ ਗਿਆ, ਮਰ ਗਿਆ। ਉਹ ਕਹਿੰਦੇ ਉਹ ਰੱਬ ਕੋਲ ਗਿਆ। ਮੈਂ ਦ੍ਰਿਸ਼ਟਾਂਤ ਦੇ ਰਿਹਾ, ਉਦਾਹਰਨ ਦੇ ਰਿਹਾ। ਰੱਬ ਕੋਲ ਗਿਆ, ਕਹਿੰਦਾ ਚੰਗਾ ਤੂੰ ਰੱਬ, ਮੈਂ ਬਚਾਉਣ ਹੀ ਨਹੀਂ ਆਇਆ। ਉਹ ਰੱਬ ਕਹਿੰਦਾ ਵੀ ਮੋਟਰ ਕਾਰਾਂ ਕਿੰਨੇ ਭੇਜੀਆਂ ਸੀ, ਬੋਟਾਂ ਕਿੰਨੇ ਭੇਜੀਆਂ ਸੀ, ਜਹਾਜ਼ ਮੈਂ ਹੀ ਤੇ ਭੇਜਿਆ ਸੀ। ਵਸੀਲੇ ਪਰਮਾਤਮਾ ਪੈਦਾ ਕਰਦਾ, ਅਸੀਂ ਦੇਖ ਹੀ ਨਹੀਂ ਸਕਦੇ। ਅਸੀਂ ਸਮਝਦੇ, ਅਸੀਂ ਤੇ ਕਹਿੰਦੇ ਵੀ ਕੋਈ ਮੂਰਤੀ ਬਣਾ ਕੇ ਖੜੀ ਕਰਦਾ ਰੱਬ ਦੀ, ਉਹ ਫਿਰ ਜਿੱਧਰ ਕਹੀਏ ਰਿਮੋਟ ਕੰਟਰੋਲ ਨਾਲ ਤੁਰੇ। ਅਸੀਂ ਐਸਾ ਰੱਬ ਲੱਭਦੇ, ਮਨ ਮਰਜ਼ੀ ਦਾ। ਤੇ ਮੈਨੂੰ ਕਹਿਣ ਦੇਣਾ, ਧਰਮ ਵਿੱਚ ਵੀ ਮਨ ਮਰਜ਼ੀਆਂ ਚੱਲਦੀਆਂ ਨਾ, ਮੰਦਰ ਮਸਜਿਦ ਗੁਰਦੁਆਰੇ। ਗੱਲ ਮੰਨਣ ਵਾਲਾ ਕੋਈ ਹੈ ਗੁਰੂ ਦੀ? ਕੋਈ ਨਹੀਂ। ਤੇ ਮਾਨਤਾਵਾਂ ਹੀ ਨੇ ਬਸ ਸਾਡੀਆਂ, ਉੱਦਾਂ ਦੀਆਂ ਉਹਦੀਆਂ ਚੱਲੀਆਂ ਆ ਰਹੀਆਂ ਨੇ। ਲਰਨਿੰਗ ਪਰਸਨ ਨਹੀਂ ਬਣੇ, ਜਗਿਆਸੂ ਨਹੀਂ ਬਣੇ, ਤਲਬ ਨਹੀਂ ਆਈ। ਅਜੇ ਪਾਣੀ ਪਾਣੀ ਕਹਿ ਰਹੇ ਹਾਂ, ਪਿਆਸ ਨਹੀਂ ਲੱਗੀ। ਜਦੋਂ ਲੱਗੇਗੀ ਫਿਰ ਪਤਾ ਲੱਗੇਗਾ।
ਪਿਆਸ ਕੀ ਹੈ। ਭੁੱਖ ਲੱਗੇਗੀ ਪਤਾ ਲੱਗੇਗਾ ਸੁੱਕੀ ਰੋਟੀ ਦਾ ਸਵਾਦ ਕੀ ਹੈ। ਅਜੇ ਤੇ ਬਣਿਆ ਬਣਾਇਆ ਮਿਲ ਰਿਹਾ ਸਾਨੂੰ, ਰੈਡੀਮੇਡ ਬਣੇ ਬਣਾਏ ਪਾਠ, ਬਣੇ ਬਣਾਏ ਕੀਰਤਨ, ਸਭ ਕੁਝ ਈਮੇਲ ਤੇ ਘਰ ਆ ਜਾਂਦਾ ਹੈ। ਤੋ ਖੈਰ ਧਰਮ ਇੱਕ ਬੜੀ ਸਾਧਨਾ ਹੈ, ਇਹ ਸੌਖਾ ਨਹੀਂ ਹੈ। ਇਹ ਸਮਰਪਣ ਤੋਂ ਬਿਨਾਂ, ਪ੍ਰੇਮ ਤੋਂ ਬਿਨਾਂ, ਆਪਣੀ ਆਹੂਤੀ ਦਿੱਤੇ ਬਿਨਾਂ ਨਹੀਂ ਵਰਤਦਾ। ਇਹਦੇ 'ਚ ਕੁਰਬਾਨੀ ਆਪਣੀ ਦੇਣੀ ਪੈਂਦੀ। ਅਸੀਂ ਦੂਜਿਆਂ ਨੂੰ ਕਰਦੇ ਅੱਗੇ ਕਿ ਤੂੰ ਅੱਗੇ ਹੋ, ਤੂੰ ਅੱਗੇ ਹੋ। ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ। ਆਪ ਸੈਕਰੀਫਾਈ ਹੋ, ਤੂੰ ਕੁਰਬਾਨੀ ਦੇ। ਕਿਸੇ ਦਾ ਗਲ ਕਿਉਂ ਵੱਢਦਾ? ਆਪਣੇ ਆਪੇ ਨੂੰ, ਹੋਂ ਨੂੰ, ਹੰਕਾਰ ਨੂੰ ਕੁਰਬਾਨ ਕਰ। ਉਹ ਕਲਾ ਤਾਂ ਵਰਤੇਗੀ ਜੀਵਨ ਦੇ ਅੰਦਰ। ਜਬ ਹਮ ਹੋਤੇ ਤਬ ਤੂੰ ਨਾ, ਅਜੇ ਤੇ ਸਾਡੇ ਹੰਕਾਰ ਦੀ ਕਲਾ ਹੈ। ਜਬ ਹਮ ਹੋਤੇ, ਅਜੇ ਤੇ ਸਾਡੀ ਕਲਾ ਹੈ। ਤਬ ਤੂੰ ਨਾ ਹੀ, ਭਗਤ ਜੀ ਕਹਿੰਦੇ ਉਦੋਂ ਤੂੰ ਨਹੀਂ ਹੈ ਉਸ ਜੀਵਨ 'ਚ। ਤੇਰੀ ਹੋਂਦ ਹੀ ਨਹੀਂ ਕਬੂਲ ਕੀਤੀ ਜਾਂਦੀ। ਅਬ ਤੂੰ ਹੀ ਮੈਂ ਨਾ ਹੀ, ਜਦੋਂ ਤੇਰੀ ਕਲਾ ਵਰਤ ਗਈ ਮੈਂ ਕਿੱਥੇ ਹਾਂ? ਮੈਂ ਤੁੱਛ ਹਾਂ, ਹੈ ਹੀ ਨਹੀਂ ਕੁਝ। ਤੋ ਗੁਰਦੇਵ ਕਹਿਣ ਲੱਗੇ, ਉਹ ਜਦੋਂ ਮੈਂ ਬੇਨਤੀ ਕਰ ਰਿਹਾ ਸਾਂ, ਦਸਤਗੀਰ ਕਹਿਣ ਲੱਗਾ ਵੀ ਅੱਲਾ ਵਿਖਾ, ਤੂੰ ਹਜ਼ਰਤ ਬਾਬਾ ਨਾਨਕ ਹੈ, ਹਜ਼ਰਤ ਵੱਡਾ ਮਹਾਨ, ਦਿਸਦਾ ਕਿਉਂ ਨਹੀਂ ਹੈ? ਉਹ ਛੰਨਾ ਦੁੱਧ ਦਾ ਗੁਰੂ ਨਾਨਕ ਸਾਹਮਣੇ ਰੱਖਿਆ ਸੀ, ਛੰਨਾ, ਭਾਂਡਾ, ਬਾਟਾ। ਗੁਰਦੇਵ ਕਹਿੰਦੇ ਦੁੱਧ ਚੋਂ ਘਿਓ ਮੱਖਣ ਕਿਉਂ ਨਹੀਂ ਦਿਸ ਰਿਹਾ? ਕਿਉਂ ਨਹੀਂ ਦਿਸ ਰਿਹਾ? ਆਖਣ ਲੱਗੇ ਇਸ ਤਰ੍ਹਾਂ ਨਹੀਂ ਦਿਸੇਗਾ। ਪਹਿਲੋਂ ਦੁੱਧ ਨੂੰ ਗਰਮ ਕਰਾਂਗੇ, ਜਾਗ ਲਾਵਾਂਗੇ, ਫਿਰ ਉਹਨੂੰ ਰਿੜਕਿਆ ਜਾਏਗਾ, ਫਿਰ ਪ੍ਰਗਟ ਹੁੰਦਾ। ਗੁਰਦੇਵ ਕਹਿੰਦੇ ਬਸ ਇਸੇ ਤਰ੍ਹਾਂ, ਇੱਦਾਂ ਨਹੀਂ। ਜੇ ਦੁੱਧ ਚੋਂ ਘਿਓ ਪ੍ਰਗਟ ਸਿੱਧਾ ਨਹੀਂ ਦਿਸਦਾ, ਉਹ ਤੇ ਕੋਟ ਬ੍ਰਹਮੰਡ ਦਾ ਮਾਲਕ ਹੈ। ਉਹਦੇ ਵਾਸਤੇ ਵੀ ਸੰਜਮ ਚਾਹੀਦਾ। ਗੁਰਪੁਰਸ਼ ਜੋ ਸਾਹਿਬ ਕਹਿ ਰਹੇ ਨੇ, ਜਿਵੇਂ ਲੱਕੜ ਦੇ ਵਿੱਚ ਅੱਗ ਹੈ, ਸਗਲ ਬਨਸਪਤ ਮੈਂ ਬੈ ਸੰਤਰ, ਸਗਲ ਦੂਧ ਮੈਂ ਘੀਆ, ਊਚ ਨੀਚ ਮੈਂ ਜੋਤ ਸਮਾਣੀ, ਘਟ ਘਟ ਮਾਧੋ ਜੀ ਹੈ ਉਹ। ਪਰ ਸਾਹਿਬ ਕਹਿੰਦੇ ਬਿਨ ਸੰਜਮ ਨਹੀਂ ਕਾਰਜ ਸਾਰ, ਸੰਜਮ ਢੰਗ ਤਰੀਕਾ ਜੁਗਤ ਮੈਥੜ। ਵਰਤਣਾ ਪੈਂਦਾ ਨਾ, ਅੱਗ ਨੂੰ ਪ੍ਰਗਟ ਕਰਨਾ ਪੈਂਦਾ, ਫੇਰ ਹੀ ਕਾਰਜ ਸਵਾਰਦੀ। ਇਸੇ ਤਰ੍ਹਾਂ ਬਿਨ ਗੁਰ ਨਾ ਪਾਵੈ ਗੋ, ਹਰ ਜੀ ਕੋ ਦੁਆਰ। ਬਿਨਾਂ ਗੁਰੂ ਦੀ ਜੁਗ ਤੋਂ, ਰਹਿਨੁਮਾਈ ਤੋਂ, ਗਿਆਨ ਤੋਂ, ਸੋਝੀ ਤੋਂ, ਆਤਮ ਅਨੁਭਵ ਤੋਂ ਬਿਨਾਂ ਨਹੀਂ ਉਹਦਾ ਦੁਆਰ ਨਹੀਂ ਲੱਭਦਾ। ਦਰਵਾਜ਼ੇ ਹੋਰ ਹੀ ਖੜਕਾਉਂਦੇ ਅਸੀਂ, ਉਹ ਰੱਬ ਦਾ ਨਹੀਂ ਹੁੰਦਾ, ਉਹ ਹੋਰ ਹੀ ਹੈ। ਤੋ ਸਾਹਿਬ ਕਹਿੰਦੇ ਮਿਲ ਸੰਗਤ ਤਜ ਅਭਿਮਾਨ, ਕਹੋ ਨਾਨਕ ਪਾਏ ਹੈ ਪਰਮ ਨਿਦਾਨ। ਇਸ ਵਾਸਤੇ ਮਿਲ ਸੰਗਤ ਤਜ ਅਭਿਮਾਨ। ਸਾਹਿਬ ਕਹਿੰਦੇ ਸੰਗਤ ਵਿੱਚ ਮਿਲ ਕੇ ਰੱਬ ਦੇ ਪਿਆਰੇ ਜਗਿਆਸੂ ਗੁਰਮੁਖ ਜਨ, ਜਿੱਥੇ ਪਾਪ ਨਹੀਂ ਸਾਨੂੰ ਛੂੰਹਦੇ। ਵੇਖੋ ਜਿੰਨਾ ਸਮਾਂ ਆਪਾਂ ਸੰਗਤ ਕਰਦੇ ਹਾਂ, ਪਾਪ ਤੋਂ ਬਚਦੇ ਹਾਂ। ਨਾ ਕੋਈ ਕਰਮ ਐਸਾ ਹੁੰਦਾ, ਮਨ ਵੀ ਫੁਰਨੇ ਸੰਕੋਚ ਕੇ ਰੱਖਦਾ, ਇੰਦਰੇ ਵੀ ਆਪਾਂ ਸੰਕੋਚ ਕੇ ਰੱਖਦੇ ਹਾਂ। ਪਵਿੱਤਰ ਘੜੀਆਂ ਨੇ, ਸੰਗਤ ਦਾ ਮਿਲਾਪ ਪਵਿੱਤਰਤਾ ਦਿੰਦਾ, ਪਾਪ ਮੁਕਾਉਂਦਾ, ਦੁੱਖ ਆਪਣੇ ਆਪ ਮੁੱਕ ਜਾਣੇ ਨੇ। ਪਾਪ ਮਿਟ ਗਏ, ਦੁੱਖ ਆਪਣੇ ਆਪ ਮਿਟ ਗਏ, ਕਿਉਂਕਿ ਦੁੱਖ ਪ੍ਰਗਟ ਹੀ ਪਾਪ ਚੋਂ ਨੇ। ਪਾਪ ਬੀਜ ਹੈ, ਦੁੱਖ ਫਲ ਹੈ। ਜਿਵੇਂ ਜਿਵੇਂ ਗੁਰਮੁਖ ਪਿਆਰਿਆਂ ਦਾ ਸੰਗ ਹੈ, ਜਗਿਆਸੂ ਰੱਬ ਦੇ ਪਿਆਰੇ ਸੰਤ ਜਨ, ਬਾਣੀ ਨਾਮ ਗੁਰੂ, ਤੋ ਜਿੱਥੇ ਸਾਹਿਬ ਕਹਿੰਦੇ ਤਜ ਅਭਿਮਾਨ, ਹੰਕਾਰ ਛੱਡਿਆ, ਇਸ ਤਰੀਕੇ ਨਾਲ ਪਰਮ ਨਿਦਾਨ,
ਉੱਚੀ ਆਤਮਿਕ ਅਵਸਥਾ ਮਿਲਦੀ ਹੈ। ਜਾਨੀ ਨਾ ਜਾਈ ਤਾ ਕੀ ਗਾਤ। ਗਾਤ ਸਰੀਰ ਨੂੰ ਵੀ ਕਹਿੰਦੇ ਨੇ, ਗਾਤ ਸਰੀਰ, ਗਾਤ ਗਤੀ ਅਵਸਥਾ ਵੀ ਹੈ। ਹਰਿਆਣੇ ਚਲੇ ਜੋ, ਗਾਤ ਸਰੀਰ ਨੂੰ ਕਹਿੰਦੇ ਨੇ। ਗਾਤ ਗਤੀ, ਗਤੀ ਅਵਸਥਾ, ਭੇਦ। ਤੋ ਜਾਨੀ ਨਾ ਜਾਈ ਤਾਕੀ ਗਾਤ, ਰੱਬ ਦੀ ਗਤੀ ਅਵਸਥਾ ਜਾਣੀ ਨਹੀਂ ਜਾ ਸਕਦੀ। ਉਹ ਜਾਂ ਕਹੀਏ ਉਹ ਜਾਣਨ ਦਾ ਵਿਸ਼ਾ ਨਹੀਂ ਹੈ, ਮਾਨਣ ਦਾ ਵਿਸ਼ਾ। ਪਰਮਾਤਮਾ ਜਾਣਕਾਰੀ ਦਾ ਵਿਸ਼ਾ ਨਹੀਂ ਹੈ, ਸਰੀਰ ਜਾਣਕਾਰੀ ਦਾ ਵਿਸ਼ਾ ਹੈ। ਆ ਹਾਰਟ ਹੈ, ਇੱਥੇ ਆ ਹੈ। ਸੰਸਾਰ ਜਾਣਕਾਰੀ ਦਾ ਵਿਸ਼ਾ ਹੈ। ਹੋ ਸਕਦਾ ਵਿਗਿਆਨੀ ਐਸੀਆਂ ਜਾਣਕਾਰੀਆਂ ਜੁਟਾ ਰਹੇ ਨੇ। ਆਤਮਾ ਜਾਣਕਾਰੀ ਦਾ ਵਿਸ਼ਾ ਨਹੀਂ ਹੈ, ਆਤਮਾ ਲਖਤਾ ਦਾ ਵਿਸ਼ਾ ਹੈ, ਅਹਿਸਾਸ ਦਾ ਵਿਸ਼ਾ। ਤੋ ਪਰਮਾਤਮਾ ਕੋਈ ਜਾਣਕਾਰੀਆਂ ਨਹੀਂ ਹੈ ਆਪਾਂ ਕਿਤਾਬਾਂ ਚੋਂ ਪੜ੍ਹ ਕੇ ਇਕੱਠੀਆਂ ਕਰਨੀਆਂ ਨੇ। ਉਹਦੀ ਮਾਂ ਨਹੀਂ, ਉਦੋਂ ਤੇ ਸ਼ਕਤੀ ਰੂਪ 'ਚ ਹੈ, ਉਹ ਤੇ ਸੱਤਾ ਰੂਪ 'ਚ ਹੈ, ਜੋਤ ਰੂਪ 'ਚ ਹੈ। ਉਹਦੀ ਬਾਣੀ ਕਹਿੰਦੀ ਮਾਂ ਨਹੀਂ, ਪਿਓ ਨਹੀਂ, ਘਰ ਨਹੀਂ, ਬਾਹਰ ਨਹੀਂ, ਉਹਦਾ ਮਜ਼ਹਬ ਨਹੀਂ, ਉਹਦੀ ਕੁੱਲ ਨਹੀਂ, ਉਹਦਾ ਵੰਸ਼ ਨਹੀਂ ਕੋਈ। ਕਿਹੜੀ ਜਾਣਕਾਰੀ ਲੱਭਾਂਗੇ? ਕਿੱਥੇ ਜੋੜਾਂਗੇ? ਜਾਂ ਫਿਰ ਆਪਾਂ ਨੂੰ ਉਹ ਬਣਾਉਣੀਆਂ ਪੈਣੀਆਂ ਗੱਲਾਂ, ਸ਼ਹਿਰ ਲੱਭਣੇ ਪੈਣੇ, ਕੁੱਲ ਲੱਭਣੀ ਪੈਣੀ, ਫਿਰ ਝਗੜੇ, ਫਿਰ ਦੁਬਦਾ, ਫਿਰ ਦੰਗੇ ਫਸਾਦ। ਐਸਾ ਹੀ ਹੋ ਰਿਹਾ। ਕਿਸੇ ਨੂੰ ਸੁਪਨੇ 'ਚ ਕੁਝ ਮਿਲਿਆ, ਇੱਥੋਂ ਹੀ ਜਿਹੜੇ ਧਰਮ, ਜਿਹੜੇ ਖਿਆਲ ਸੁਪਨਿਆਂ 'ਚੋਂ ਨਿਕਲੇ ਨੇ, ਇੱਦਾਂ ਦੇ ਆਉਣਗੇ। ਸੱਚਾਈ ਕਿੱਥੇ ਹੋਣੀ? ਸੁਪਨੇ 'ਚ ਫਰਿਸ਼ਤਾ ਮਿਲਿਆ, ਸੁਪਨੇ 'ਚ ਦੇਵਤਾ ਮਿਲਿਆ। ਜਿਹੜੀਆਂ ਵਿਚਾਰਧਾਰਾਵਾਂ ਐਸੀ ਕਲਪਨਾ 'ਚੋਂ ਨਿਕਲੀਆਂ ਨੇ, ਕੀ ਉਹਦੇ 'ਚ ਫਿਰ? ਹੁਣ ਸੁਪਨਾ ਕਿਸੇ ਦਾ ਕੀ ਹੈ, ਕੀ ਵੀ ਹੋ ਸਕਦਾ। ਕਿਸ ਇਸ ਵਾਸਤੇ ਉਹਦੇ ਨਾਲ ਐਸਾ ਬਾਣੀ ਨੇ ਤਾਂ ਹੀ ਸਾਨੂੰ ਨਿਰਲੇਪ ਕੀਤਾ, ਜੋੜਿਆ ਵੱਖਰਾ ਮਾਲਕ ਇੱਕ ਨਾਲ। ਏਕੈ ਰੇ ਹਰ ਏਕੈ ਜਾਣ, ਤਾਂ ਹੀ ਗੁਰੂ ਨੇ ਕਿਹਾ। ਉਹਦੇ ਬਾਰੇ ਜਾਣਕਾਰੀਆਂ ਨਾ ਜੁਟਾਉਣ ਤੁਰ ਪਈ, ਉਹ ਬੜੇ ਤੈਨੂੰ ਰਾਹ 'ਚ ਮਿਲ ਜਾਣੇ ਨੇ ਜਿਨ੍ਹਾਂ ਨੇ ਤੈਨੂੰ ਬਹੁਤ ਕੁਝ ਪਕੜਾ ਦੇਣਾ ਰੱਬ ਦੇ ਨਾਂ 'ਤੇ। ਬਹੁਤ ਕੁਝ ਤੈਨੂੰ ਪੜ੍ਹਾ ਦੇਣਾ ਜਿਹੜਾ ਰੱਬ ਦਾ ਨਹੀਂ ਹੋਏਗਾ। ਐਸਾ ਤੋ ਰੱਬ ਕੋਈ ਜਾਣਕਾਰੀ ਨਹੀਂ ਹੈ, ਆਤਮਾ ਦੀ ਜਾਣਕਾਰੀ ਨਹੀਂ, ਆਤਮਾ ਦੀ ਲਖਤਾ ਹੈ, ਸਰੀਰ ਦੀ ਜਾਣਕਾਰੀ ਹੈ। ਇੱਥੇ ਆਹ ਪਾਰਟ ਹੈ, ਇੱਥੇ ਆਹ ਪਾਰਟ ਹੈ, ਇਹ ਖੂਨ ਦਾ ਗਰੁੱਪ ਹੈ, ਬੜਾ ਕੁਝ ਹੈ। ਸੰਸਾਰ ਬਾਰੇ ਬੜਾ ਕੁਝ। ਪਰ ਜਾਨੀ ਨਾ ਜਾਈ ਤਾ ਕੀ ਗਾਤ, ਉਹਦੀ ਅਵਸਥਾ ਨਹੀਂ ਜਾਣੀ ਜਾ ਸਕਦੀ। ਉਸ ਚਰਜ ਹੈ। ਹਾਂ, ਉਹਦੇ ਵਾਸਤੇ ਗੁਰਦੇਵ ਨੇ ਇੱਕ ਸ਼ਬਦ ਦੱਸਿਆ ਜੋ ਸਾਹਿਬ ਦੱਸ ਰਹੇ ਨੇ, ਵਿਸਮਾਦ। ਵਿਸਮਾਦ ਅਸਚਰਜਤਾ, ਵਿਸਮਾਦ ਵਾਹ ਵਾਹ, ਵਿਸਮਾਦ ਹੈਰਾਨੀ ਜਨਕ। ਜਿੱਥੇ ਕਹਿਣ ਨੂੰ ਕੁਝ ਨਾ ਹੋਏ, ਬਸ ਮਾਨਣ ਨੂੰ ਹੈ, ਉਹ ਹੈ ਅਵਸਥਾ ਗੁਰੂ ਨੇ ਕਿਹਾ ਮਿਲਾਪ ਦੀ, ਆਨੰਦ ਦੀ। ਜਿੱਥੇ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੈ ਜੰਤ। ਪੜ੍ਹਦੇ ਆਪਾਂ ਰੋਜ਼। ਇਹ ਵਿਸਮਾਦ ਉੱਠਦਾ ਹੈ ਉਹਦੇ ਜੀਵਨ ਨੇ। ਸਾਡੇ ਵਾਸਤੇ ਤੇ ਉਹੀ ਦਿਨ, ਉਹੀ ਰਾਤ, ਉਹੀ ਲੋਕ। ਸਾਨੂੰ ਤੇ ਵਿਸਮਾਦ ਠੀਕ ਹੈ ਦਿਸਦਾ ਹੋਏਗਾ ਕਿਸੇ ਰੱਬ ਦੇ ਪਿਆਰੇ, ਨਹੀਂ ਤੇ ਉਹ ਅਵਸਥਾ ਬੜੀ ਗਹਿਰੀ ਹੈ ਜਿਹਨੂੰ ਸਤਿਗੁਰ ਨੇ ਆਨੰਦ ਕਿਹਾ, ਵਿਸਮਾਦ ਕਿਹਾ, ਸਹਿਜ ਕਿਹਾ, ਚੌਥਾ ਪਦ ਕਿਹਾ, ਤੁਰਿਆ ਅਵਸਥਾ ਕਿਹਾ, ਉਨਮਨੀ ਅਵਸਥਾ ਕਿਹਾ। ਇਹ ਸਾਰੇ ਸ਼ਬਦ ਉਸ ਅਵਸਥਾ ਦਾ ਪ੍ਰਤੀਕ ਨੇ। ਤਾਂ ਗੁਰਦੇਵ ਕਹਿੰਦੇ ਇਸ ਵਾਸਤੇ ਉਹ ਜਾਣਿਆ ਨਹੀਂ ਜਾ ਸਕਦਾ, ਵਿਸਮਾਦ ਮਾਣਿਆ ਜਾ ਸਕਦਾ। ਕਹੋ ਕਬੀਰ ਗੂੰਗਾ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ।
ਗੂੰਗੇ ਨੇ ਗੁੜ ਖਾ ਲਿਆ, ਲੋਕ ਪੁੱਛਣ ਆ ਗਏ, ਹੱਸ ਰਹੇ ਅੱਗੋਂ, ਕੀ ਦੱਸੇ ਹੋ, ਕੀ ਆਖੇ ਹੋ, ਕਿਸ ਰੂਪ ਬਾਰੇ ਦੱਸੇ। ਤੋ ਇਸ ਵਾਸਤੇ ਸਾਹਿਬ ਕਹਿੰਦੇ ਉਹਦੀ ਗਤ ਅਵਸਥਾ ਨਹੀਂ ਜਾਣੀ ਜਾ ਸਕਦੀ। ਬਿਸਮਨ ਬਿਸਮੇ ਕਹਿਨ ਕਹਾਤ ਬਸ ਬਿਸਮਾਦ ਹੈ। ਜਾਂ ਸਾਹਿਬ ਕਹਿੰਦੇ ਉਹਦੀ ਅਵਸਥਾ ਬਾਰੇ ਜਿਹੜੇ ਯਤਨ ਕਰਦੇ ਰਹੇ, ਉਪਰਾਲੇ ਕਰਦੇ ਰਹੇ, ਕਾਂ ਪਿਖਾਰੋਂ ਹੋਂ ਕਰ ਚਤੁਰਾਈ ਬਿਸਮਨ ਬਿਸਮੇ ਕਹਿਨ ਕਾਤ। ਗੁਰਦੇਵ ਕਹਿੰਦੇ ਮੈਂ ਪਖਾਰੋਂ ਕੀ ਆਖਾਂ, ਵਖਾਨ ਕਰਾਂ, ਕੀ ਦਿਖਾਵਾਂ, ਕਿ ਪਿਖਾਰੋਂ ਪਿਓ ਦੇ ਵਰਗਾ ਹੈ। ਆਪਾਂ ਕਹਿ ਦਿੰਦੇ ਵੀ ਆ ਮਾਂ ਵਰਗਾ, ਪਿਓ ਵਰਗਾ, ਭਰਾ ਵਰਗਾ, ਆ ਲਾਲ ਰੰਗ ਵਰਗਾ, ਆ ਦੁੱਧ ਵਰਗਾ ਚਿੱਟਾ, ਆ ਕੋਲੇ ਵਰਗਾ ਕਾਲਾ, ਕਹਿ ਦਿੰਦੇ ਨਾ ਆਪਾਂ। ਪਰ ਸਾਹਿਬ ਕਹਿੰਦੇ ਕੀ ਮੈਂ ਵਿਖਾ ਕੇ ਕਵਾਂ ਵੀ ਵੇਖੋ ਇਹਦੇ ਵਰਗਾ ਰੱਬ ਹੈ, ਐਸਾ ਮੈਂ ਕੀ ਕਵਾਂ। ਕਾਂ ਪਿਖਾਰੋਂ ਹੋਂ ਕਰ ਚਤੁਰਾਈ, ਮੈਂ ਆਪਣੀ ਸਿਆਣਪ ਕਰਕੇ। ਬਿਸਮਨ ਬਿਸਮੇ ਕਹਿਨ ਕਹਾਤ, ਇਸ ਵਾਸਤੇ ਸਾਹਿਬ ਕਹਿੰਦੇ ਕਹਿਣ ਕਹਾਤ ਤੋਂ ਪਰੇ ਹੈ, ਬਸ ਬਿਸਮਾਦ ਹੈ। ਬਿਸਮਨ ਬਿਸਮਨ ਬਿਸਮ ਭਏ ਬਿਸਮਾਦਾ। ਪੂਰਨ ਸਾਹਿਬ ਕਹਿੰਦੇ ਉਹ ਵਿਸਮਾਦ ਵਿੱਚ ਹੈ। ਗਣ ਗੰਧਰਵ, ਗਣ ਕਹਿੰਦੇ ਨੇ ਸ਼ਿਵ ਜੀ ਦੇ ਸੇਵਕ ਜਾਂ ਦੇਵਤਿਆਂ ਦੇ ਸੇਵਕ, ਚਾਹ ਪਾਣੀ ਪੁੱਛਣ ਵਾਲੇ, ਜੇ ਆਪਾਂ ਅੱਖਰੀ ਅਰਥ ਕਰਨੇ ਹੋ। ਗੰਧਰਵ ਕਹਿੰਦੇ ਨੇ ਦੇਵਤਿਆਂ ਦੇ ਰਾਗੀ, ਜਿਵੇਂ ਆਪਾਂ ਕਹਿੰਦੇ ਰਾਗੀ ਬੜਾ ਗੰਧਰਵ ਹੈ। ਗੰਧਰਵ ਦੇਵਤਿਆਂ ਦੇ ਰਾਗੀ, ਗਣ ਦੇਵਤਿਆਂ ਦੇ ਸੇਵਕ, ਜਾਂ ਕਿਹਾ ਜਾਂਦਾ ਸ਼ਿਵ ਜੀ ਦੇ ਜੋ ਪੁਰਾਤਨ ਹਵਾਲੇ ਨੇ। ਗਣ ਗੰਧਰਵ ਸਿੱਧ, ਸਿੱਧ ਪੁਰਸ਼ ਜਿਨ੍ਹਾਂ ਕੋਲ ਸਿੱਧੀਆਂ ਆ ਗਈਆਂ। ਅਰ ਸਾਧਕ, ਜਿਹੜੇ ਸਾਧਕ ਸਾਧਨਾ ਕਰਨ ਵਾਲੇ, ਸਿੱਧ ਪੁਰਸ਼ ਹੋ ਗਏ, ਸਾਧਕ ਹੋ ਗਏ। ਸੁਰ ਨਰ ਦੇਵ ਬ੍ਰਹਮ ਬ੍ਰਹਮਾਦਿਕ, ਸੁਰ ਦੇਵਤੇ, ਨਰ ਮਨੁੱਖ, ਦੇਵ ਦੇਵਤੇ, ਬ੍ਰਹਮ ਬ੍ਰਹਮਾਦਿਕ, ਬ੍ਰਹਮਾ ਤੇ ਆਦਿਕ ਉਹਦੇ ਵਰਗੇ, ਸਨਕ ਸਨੰਦਨ ਸਨਾਤਨ ਸਨਤ ਕੁਮਾਰ, ਬ੍ਰਹਮਾ ਦੇ 4 ਪੁੱਤਰ, ਜਾਂ ਹੋਰ ਆਦਿਕ ਬ੍ਰਹਮਾ ਵਰਗੇ ਦੇਵਤੇ। ਕੋਈ ਵੀ ਸਾਹਿਬ ਆਖਦੇ ਨੇ ਚਤੁਰ ਵੇਦ ਉਚਰਤ ਦਿਨ ਰਾਤ, ਕੋਈ 4 ਵੇਦ ਦਿਨ ਰਾਤ ਉਚਾਰਨ ਕਰਦਾ ਹੋਵੇ। ਉਚਰਤ ਉਚਾਰਨ, ਕੰਠਸਥ ਕੀਤੇ ਹੋਣ, ਯਾਦ ਕੀਤੇ ਹੋਣ ਸਿਮਰਤੀ 'ਚ। ਇਤਨਾ ਕਿਸੇ ਨੂੰ ਬੋਧ ਹੋਏ, ਇਤਨਾ ਕਿਸੇ ਨੂੰ ਗਿਆਨ ਹੋਏ, ਇਤਨਾ ਦੇਵਤਾ ਹੋਏ, ਸਿੱਧ ਹੋਏ, ਸਮਾਧੀ ਵਾਲਾ ਹੋਏ, ਕਿਤਨਾ ਵੀ ਗੁਰਦੇਵ ਕਹਿੰਦੇ ਕੋਈ ਹੋਏ। ਪਰ ਸਾਹਿਬ ਕਹਿੰਦੇ ਨੇ ਅਗਮ ਅਗਮ ਠਾਕੁਰ ਅਗਾਧ, ਅਪਹੁੰਚ ਹੈ, ਅਪਹੁੰਚ ਹੈ। ਇਹ ਨਮਕ ਦੇ ਪੁਤਲਿਆਂ ਵਰਗੇ ਆ ਜਿਹੜੇ ਸਮੁੰਦਰ ਦਾ ਅੰਤ ਪਾਉਣਾ ਚਾਹੁੰਦੇ। ਸਮੁੰਦਰ ਚੋਂ ਹੀ ਪੈਦਾ ਹੋਇਆ ਨਮਕ, ਸਮੁੰਦਰ 'ਚ ਹੀ ਖੁਰ ਜਾਂਦਾ। ਨਮਕ ਦਾ ਪੁਤਲਾ ਅੰਤ ਪਾਉਣ ਗਿਆ, ਮੁੜਿਆ ਹੀ ਨਹੀਂ, ਖੁਰ ਗਿਆ। ਦੂਸਰੇ ਉਡੀਕ ਰਹੇ ਨੇ ਕਿਨਾਰੇ। ਇਸੇ ਤਰ੍ਹਾਂ ਹੀ ਆ ਸਤਿਗੁਰ ਆਖਦੇ ਨੇ, ਉਸ ਬੇਅੰਤ ਦਾ, ਉਸ ਵਿਸ਼ਾਲ ਮਾਲਕ ਦਾ ਕੀ ਅੰਤ ਪਾਵਾਂਗੇ ਆਪਾਂ। ਜੀਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਹਾਂ, ਗੁਰਦੇਵ ਕਹਿੰਦੇ ਉਹਦੇ ਚਰਨੀ ਪੈ ਜਾਣਾ। ਉਹਦੀ ਵਡਿਆਈ ਮਹਾਨਤਾ ਨੂੰ ਅੰਤਰ ਆਤਮੇ ਕਬੂਲ ਕਰ ਲੈਣਾ। ਤੂੰ ਸਮਰੱਥ ਵੱਡਾ, ਮੇਰੀ ਮਤ ਥੋੜੀ ਰਾਮ। ਇਹ ਕਬੂਲ ਕਰਨਾ ਵੀ ਬੜੀ ਬਹਾਦਰੀ ਹੈ, ਬੜਾ ਮਹਾਨ ਹੈ। ਇਹ ਵੀ, ਉਹ ਵੀ ਰੱਬ ਦਾ ਪਿਆਰਾ। ਸਮਝ ਸਮਝ ਕੇ ਜਿਹਨੂੰ ਇਹ ਸਮਝ ਆਏ ਮੇਰੇ ਕੋਲ ਸਮਝ ਬੜੀ ਛੋਟੀ ਹੈ, ਇਹ ਵੀ ਸਮਝ ਬੜੀ ਵੱਡੀ ਹੈ, ਇਹ ਵੀ ਬੜੀ ਵੱਡੀ ਪ੍ਰਾਪਤੀ ਹੈ, ਇਹ ਵੀ ਬੜਾ ਵੱਡਾ ਸਮਝ ਲਓ ਜੀਵਨ ਦਾ ਮਰਤਬਾ ਹੈ। ਹੰਕਾਰ ਛੁੱਟ ਗਿਆ, ਵਿਸ਼ਾਲਤਾ ਆ ਗਈ।
ਤੋ ਅਗੰਮ ਅਗੰਮ ਠਾਕੁਰ ਆਗਾਦ, ਜਿਹੜਾ ਅਗੰਮ ਹੈ, ਅਪਹੁੰਚ ਹੈ, ਅਪਹੁੰਚ ਹੈ, ਆਗਾਦ ਜਿਹਦਾ ਥਾ ਨਹੀਂ ਪਾਇਆ ਜਾ ਸਕਦਾ। ਗਾ ਪਾਉਣਾ, ਥਾ ਪਾਉਣਾ, ਅੰਤ ਪਾਉਣਾ। ਗੁਣ ਬੇਅੰਤ ਬੇਅੰਤ ਭਨ ਨਾਨਕ, ਕਹਿਣ ਨਾ ਜਾਈ ਪਰੈ ਪਰਾਤ। ਆਖ ਤੂੰ, ਗੁਰਦੇਵ ਕਹਿੰਦੇ ਆਖੀ ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ, ਕੀਤਾ ਕੇਵੜ ਚੀਰਾ। ਇੱਦਾਂ ਗੁਣ ਗਾਈ ਉਹਦੇ, ਇੱਡੀ ਮਹਾਨਤਾ ਉਸ ਮਾਲਕ ਵਾਹਿਗੁਰੂ ਦੀ ਕਬੂਲ ਕਰੀ ਜੀਵਨ 'ਚ। ਸਾਹਿਬ ਆਖਦੇ ਨੇ ਭਣ ਕਹਿ ਉਹਦੇ ਬੇਅੰਤ ਗੁਣ ਨੇ, ਜਿਨ੍ਹਾਂ ਦਾ ਅੰਤ ਨਹੀਂ। ਭਣ ਕਹਿ ਨਾਨਕ, ਕਹਿਣ ਨਾ ਜਾਈ ਪਰੈ ਪਰਾਤ। ਪਰ ਕਿੰਨਾ ਵੀ ਕਹਿ ਲਈਏ ਉਹਦੇ ਗੁਣਾਂ ਦਾ ਅੰਤ ਨਹੀਂ, ਕੋਈ ਪਾਰਾਵਾਰ ਨਹੀਂ। ਸਤਿਗੁਰੂ ਬਖਸ਼ਿਸ਼ ਕਰਨ ਜੋ ਬਸੰਤ ਰਾਗ ਆਧਾਰਿਤ 3 ਰੋਜ਼ਾ ਗੁਰਮਤਿ ਸਮਾਗਮ, ਅੱਜ ਅਖੀਰ ਦਾ ਸਮਾਗਮ ਹੈ। ਸੰਧਿਆ ਵੇਲੇ, ਸ਼ਾਮ ਵੇਲੇ ਜ਼ਰੂਰ ਪਹੁੰਚਣ ਦੀ ਕਿਰਪਾਲਤਾ ਕਰਨਾ ਜੀ। ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਵੱਡੇ ਮੇਰੇ ਸਾਹਿਬਾ ਵੱਡੇ ਮੇਰੇ ਸਾਹਿਬਾ, ਵੱਡੀ ਤੇਰੀ ਵਡਿਆਈ, ਵੱਡੀ ਤੇਰੀ ਵਡਿਆਈ। ਵੱਡੇ ਮੇਰੇ ਸਾਹਿਬਾ, ਵੱਡੀ ਤੇਰੀ